ਮੇਰਾ ਵਿਆਹ ਇੱਕ ਬਹੁਤ ਵੱਡੇ ਘਰ ਵਿੱਚ ਹੋਇਆ ਸੀ। ਮੇਰਾ ਪਤੀ ਇੱਕ ਸੁਨਿਆਰਾ ਸੀ ਤੇ ਉਸ ਦੀਆਂ ਆਪਣੀਆਂ ਬਹੁਤ ਦੁਕਾਨਾਂ ਸੀ। ਜਿਵੇਂ ਹੀ ਮੇਰਾ ਰਿਸ਼ਤਾ ਹੋਇਆ, ਹਰ ਕੋਈ ਮੈਨੂੰ ਇਹੀ ਕਹਿੰਦਾ ਹੁੰਦਾ ਕਿ ਘਰ ਬੈਠੇ ਰਿਸ਼ਤਾ ਆ ਗਿਆ। ਮੈਂ ਵੀ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ, ਕਿਉਂਕਿ ਹਰ ਕੁੜੀ ਦੀ ਤਰ੍ਹਾਂ ਮੈਂ ਵੀ ਵਿਆਹ ਨੂੰ ਜ਼ਿੰਦਗੀ ਦਾ ਖੂਬਸੂਰਤ ਦਿਨ ਮੰਨਦੀ ਸੀ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ। ਇਹ ਸੋਚ ਕੇ ਮੈਂ ਬਹੁਤ ਖੁਸ਼ ਹੋ ਰਹੀ ਸੀ ਕਿ ਵਿਆਹ ਤੋਂ ਬਾਅਦ ਮੇਰਾ ਆਪਣਾ ਘਰ ਹੋਵੇਗਾ, ਖੂਬਸੂਰਤ ਜ਼ਿੰਦਗੀ ਹੋਵੇਗੀ। ਮੈਂ ਆਪਣੇ ਪਤੀ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੀ। ਸਾਡੇ ਬੱਚੇ ਹੋਣਗੇ। ਮੈਨੂੰ ਬੱਚਿਆਂ ਦਾ ਬਹੁਤ ਚਾਅ ਸੀ, ਕਿਉਂਕਿ ਸਾਡੇ ਆਪਣੇ ਘਰ ਦਾ ਆਂਗਣ ਸੁੰਨਾ ਪਿਆ ਸੀ। ਮੇਰੀਆਂ 2 ਭਾਬੀਆਂ ਸੀ ਤੇ ਰੱਬ ਨੇ ਦੋਨਾਂ ਨੂੰ ਹੀ ਮਾਂ ਬਣਨ ਦੇ ਸੁੱਖ ਤੋਂ ਵਾਂਝਾ ਕੀਤਾ ਹੋਇਆ ਸੀ। ਮੈਂ 2 ਭਰਾਵਾਂ ਦੀ ਇਕਲੌਤੀ ਭੈਣ ਸੀ। ਮੇਰੇ ਤੋਂ ਬਾਅਦ ਘਰ ਵਿੱਚ ਹੋਰ ਬੱਚਾ ਨਹੀਂ ਆਇਆ। ਮੈਂ ਜਦੋਂ ਵੀ ਕਿਸੇ ਦਾ ਬੱਚਾ ਦੇਖਦੀ ਤਾਂ ਮੈਂ ਉਸ ਨੂੰ ਚੁੱਕ ਲੈਂਦੀ ਤੇ ਗੋਦੀ ਵਿੱਚ ਬਿਠਾ ਲੈਂਦੀ। ਮੈਂ ਉਸ ਨੂੰ ਪਿਆਰ ਕਰਦੀ। ਹਰ ਕੋਈ ਮੈਨੂੰ ਕਹਿੰਦਾ ਕਿ ਦੇਖਣਾ ਸ਼ਿਲਪਾ ਦੇ ਤਾਂ ਬਹੁਤ ਸਾਰੇ ਬੱਚੇ ਹੋਣਗੇ, ਕਿਉਂਕਿ ਇਸ ਨੂੰ ਬੱਚਿਆਂ ਨਾਲ ਇੰਨਾ ਪਿਆਰ ਜੋ ਹੈ। ਜਦੋਂ ਮੈਂ ਉਹਨਾਂ ਦੀਆਂ ਇਹ ਗੱਲਾਂ ਸੁਣਦੀ ਤਾਂ ਸ਼ਰਮਾ ਜਾਂਦੀ ਤੇ ਹੱਸਣ ਲੱਗ ਪੈਂਦੀ। ਮੇਰੀ ਆਪਣੀ ਵੀ ਇਹੀ ਖੁਆਇਸ਼ ਸੀ ਕਿ ਮੇਰੇ ਕਈ ਬੱਚੇ ਹੋਣ, ਤੇ ਮੇਰੇ ਤੇ ਰਾਜ ਦੇ ਵਿਆਹ ਦੇ ਦਿਨ ਬਹੁਤ ਨੇੜੇ ਆ ਰਹੇ ਸੀ। ਮੇਰੇ ਦਿਲ ਦੀਆਂ ਧੜਕਣਾਂ ਬਹੁਤ ਵੱਧ ਰਹੀਆਂ ਸੀ। ਬਹੁਤ ਸਾਰੇ ਅਰਮਾਨ ਦਿਲ ਵਿੱਚ ਜਨਮ ਲੈ ਚੁੱਕੇ ਸੀ। ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਖੁਸ਼ੀ ਮਹਿਸੂਸ ਕਰਦੀ। ਮੇਰੇ ਘਰ ਵਾਲਿਆਂ ਨੇ ਬੜੀ ਧੂਮ-ਧਾਮ ਨਾਲ ਮੇਰਾ ਵਿਆਹ ਰਾਜ ਨਾਲ ਕਰ ਦਿੱਤਾ। ਮੈਂ ਵਿਦਾ ਹੋ ਕੇ ਰਾਜ ਦੇ ਘਰ ਆ ਗਈ। ਰਾਜ ਦੇ ਘਰ ਵਾਲੇ ਵੀ ਬਹੁਤ ਚੰਗੇ ਸੀ। ਸਾਰਿਆਂ ਨੇ ਖੁੱਲ੍ਹ ਕੇ ਮੇਰਾ ਸਵਾਗਤ ਕੀਤਾ। ਸਹੁਰੇ ਪਹੁੰਚਦੇ ਹੀ ਬਹੁਤ ਸਾਰੀਆਂ ਰਸਮਾਂ ਕੀਤੀਆਂ ਗਈਆਂ। ਮੈਨੂੰ ਲਿਜਾ ਕੇ ਰਾਜ ਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ। ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ, ਇਸ ਕਰਕੇ ਮੇਰੇ ਮੱਥੇ 'ਤੇ ਪਸੀਨਾ ਆ ਰਿਹਾ ਸੀ। ਕਮਰੇ ਨੂੰ ਫੁੱਲਾਂ ਅਤੇ ਚਿੱਟੇ ਮੋਤੀਆਂ ਨਾਲ ਸਜਾਇਆ ਗਿਆ ਸੀ। ਕਮਰਾ ਪੂਰੀ ਤਰ੍ਹਾਂ ਖੁਸ਼ਬੂਦਾਰ ਹੋਇਆ ਪਿਆ ਸੀ। ਇਹ ਖੁਸ਼ਬੂ ਮੇਰੇ ਅੰਦਰ ਉਤਰ ਰਹੀ ਸੀ। ਰਾਜ ਦੇ ਘਰ ਵਾਲਿਆਂ ਨੇ ਇੱਕ ਸੁਰਖ ਲਾਲ ਸਰਾਰਾ ਵੀ ਦਿੱਤਾ। ਇਸ ਰੰਗ ਦਾ ਸਰਾਰੇ ਵਿੱਚ ਮੈਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਰਾਜ ਦੇ ਕਮਰੇ 'ਚ ਆਉਣ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਆਪਣਾ ਘੁੰਡ ਠੀਕ ਕੀਤਾ। ਸਹੁਰਿਆਂ ਵੱਲੋਂ ਦਿੱਤੇ ਗਏ ਲਾਲ ਰੰਗ ਦੇ ਸਰਾਰੇ ਵਿੱਚ ਮੇਰਾ ਰੰਗ ਰੂਪ ਹੋਰ ਵੀ ਡੁੱਲ ਪੈ ਰਿਹਾ ਸੀ। ਮੇਰੀ ਦਿਲੀ ਖੁਆਇਸ਼ ਸੀ ਕਿ ਰਾਜ ਜਦੋਂ ਮੈਨੂੰ ਦੇਖੇ ਤਾਂ ਦੇਖਦਾ ਹੀ ਰਹਿ ਜਾਵੇ, ਉਹ ਮੇਰੇ ਤੋਂ ਨਜ਼ਰਾਂ ਹਟਾ ਹੀ ਨਾ ਪਾਵੇ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਰਾਜ ਛੋਟੇ-ਛੋਟੇ ਕਦਮ ਵਧਾਉਂਦੇ ਹੋਏ ਮੇਰੇ ਵੱਲ ਆ ਗਏ। ਮੈਨੂੰ ਯਕੀਨ ਸੀ ਕਿ ਰਾਜ ਮੇਰੇ ਹੁਕਮ ਦੇ ਅੱਗੇ ਢੇਰ ਹੋ ਜਾਣਗੇ ਤੇ ਮੈਨੂੰ ਮਿੰਟਾਂ ਵਿੱਚ ਅਪਣਾ ਲੈਣਗੇ। ਰਾਜ ਮੇਰੇ ਕੋਲ ਆ ਕੇ ਬੈਠਿਆ ਤੇ ਫਿਰ ਕੋਈ ਗੱਲ ਕੀਤੇ ਬਿਨਾਂ ਮੇਰੇ ਵੱਲ ਇੱਕ ਵੱਡਾ ਜਿਹਾ ਬਾਕਸ ਮੇਰੇ ਵੱਲ ਕਰ ਦਿੱਤਾ। ਮੈਂ ਸ਼ਰਮਾਉਂਦੀ ਹੋਈ ਨੇ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਸੋਨੇ ਦਾ ਵੱਡਾ ਜਿਹਾ ਹਾਰ ਸੀ। ਮੈਨੂੰ ਲੱਗਦਾ ਸੀ ਕਿ ਰਾਜ ਮੈਨੂੰ ਆਪਣੇ ਹੱਥਾਂ ਨਾਲ ਪਵਾਉਣਗੇ। ਮੈਂ ਤਾਂ ਅਕਸਰ ਟੀਵੀ ਵਿੱਚ ਇਹੀ ਦੇਖਿਆ ਸੀ, ਪਰ ਰਾਜ ਨੇ ਐਦਾਂ ਦਾ ਕੁਝ ਵੀ ਨਹੀਂ ਸੀ ਕੀਤਾ, ਬਲਕਿ ਉਹ ਮੇਰੇ ਕੋਲ ਉੱਠ ਕੇ ਕੱਪੜੇ ਬਦਲਣ ਲਈ ਚਲੇ ਗਏ। ਮੈਂ ਆਪਣੀ ਜਗ੍ਹਾ ਹੈਰਾਨ ਪਰੇਸ਼ਾਨ ਬੈਠੀ ਰਹਿ ਗਈ ਤਾਂ ਮੇਰੀ ਤਾਰੀਫ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਕਿਹਾ। ਉਸ ਨੂੰ ਮੈਨੂੰ ਨਜ਼ਰਾਂ ਭਰ ਕੇ ਦੇਖਿਆ ਤੱਕ ਵੀ ਨਹੀਂ ਸੀ। ਮੇਰਾ ਵਜੂਦ ਤਾਂ ਕੰਬ ਕੇ ਰਹਿ ਗਿਆ। ਮੇਰੇ ਸਾਰੇ ਅਰਮਾਨ ਮਿੰਟਾਂ ਵਿੱਚ ਹੀ ਖਿੰਡ-ਪੁੰਡ ਗਏ ਸੀ। ਮੈਨੂੰ ਇਉਂ ਲੱਗ ਰਿਹਾ ਸੀ ਕਿ ਰਾਜ ਲਈ ਮੈਂ ਕੋਈ ਮਾਇਨੇ ਹੀ ਨਹੀਂ ਰੱਖਦੀ। ਫਿਰ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਰਾਜ ਦੂਜਿਆਂ ਦੀ ਤਰ੍ਹਾਂ ਜਲਦੀ ਘੁਲਣ ਮਿਲਣ ਵਾਲੇ ਨਹੀਂ ਹੋਣਗੇ ਜਾਂ ਥਕਾਵਟ ਮਹਿਸੂਸ ਕਰ ਰਹੇ ਹੋਣਗੇ। ਇਸ ਕਰਕੇ ਮੈਂ ਚੁੱਪ ਹੋ ਗਈ। ਮੈਂ ਉੱਠ ਕੇ ਬਾਥਰੂਮ ਵਿੱਚ ਗਈ ਤੇ ਆਪਣੇ ਕੱਪੜੇ ਬਦਲ ਕੇ ਫਰੈਸ਼ ਹੋ ਗਈ। ਜਿਉਂ ਹੀ ਮੈਂ ਆ ਕੇ ਬਿਸਤਰੇ 'ਤੇ ਬੈਠੀ ਤਾਂ ਰਾਜ ਇੱਕਦਮ ਉੱਠ ਕੇ ਬਾਹਰ ਚਲੇ ਗਏ। ਮੇਰੇ ਦਿਲ ਨੂੰ ਦੂਜੀ ਵਾਰ ਲੱਗਿਆ ਸਦਮਾ ਸੀ। ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਅਣਦੇਖਿਆ ਕਰ ਦਿੱਤਾ ਸੀ। ਉਸ ਨੂੰ ਤਾਂ ਸ਼ਾਇਦ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਮੈਂ ਬਹੁਤ ਸਾਰੇ ਅਰਮਾਨ ਸਜਾ ਕੇ ਉਸ ਦੇ ਘਰ ਆਈ ਹਾਂ। ਮੈਂ ਆਪਣੇ ਦੁੱਖਾਂ ਨੂੰ ਰੋ ਰਹੀ ਸੀ ਤੇ ਰਾਜ 2 ਘੰਟਿਆਂ ਬਾਅਦ ਬਾਹਰੋਂ ਆਏ ਤੇ ਆਪਣਾ ਚਿਹਰਾ ਦੂਜੇ ਪਾਸੇ ਕਰਕੇ ਸੌਂ ਗਏ। ਮੇਰੀ ਅੱਖਾਂ ਦੇ ਵਿੱਚ ਹੰਝੂ ਨਿਕਲ ਰਹੇ ਸੀ। ਮੈਂ ਸੋਚ ਰਹੀ ਸੀ ਕਿ ਮੈਂ ਇੰਨੀ ਵੀ ਬਦਸੂਰਤ ਨਹੀਂ ਕਿ ਮੈਨੂੰ ਦੇਖਿਆ ਹੀ ਨਾ ਜਾ ਸਕੇ। ਉਹ ਇੱਕ ਨਜ਼ਰ ਚੱਕ ਕੇ ਮੇਰੇ ਵੱਲ ਦੇਖ ਤਾਂ ਸਕਦਾ ਹੀ ਸੀ ਨਾ। ਪਰ ਰਾਜ ਤਾਂ ਬਹੁਤ ਬੇਕਦਰੇ ਨਿਕਲੇ। ਮੈਂ ਸੋਚਿਆ ਸ਼ਾਇਦ ਮੇਰੀ ਰੋਣ ਦੀ ਆਵਾਜ਼ ਸੁਣ ਕੇ ਉੱਠ ਜਾਣਗੇ,
ਪਰ ਰਾਜ ਤਾਂ ਗਹਿਰੀ ਨੀਂਦ ਵਿੱਚ ਸੋ ਰਹੇ ਸੀ। ਮੈਂ ਸੋਚਣ ਲੱਗ ਪਈ ਕਿ ਮੇਰੀਆਂ ਕਿੰਨੀਆਂ ਸਹੇਲੀਆਂ ਦੇ ਵਿਆਹ ਹੋਏ ਹਨ। ਉਹਨਾਂ ਦੇ ਪਤੀ ਉਹਨਾਂ ਦੀ ਕਿੰਨੀ ਕਦਰ ਕਰਦੇ ਸਨ ਤੇ ਉਹਨਾਂ ਨੂੰ ਨਵੇਂ ਤੋਂ ਨਵੇਂ ਤੋਹਫੇ ਲਿਆ ਕੇ ਦਿੰਦੇ ਸਨ। ਫਿਰ ਵਿਆਹ ਦਾ ਪਹਿਲਾ ਦਿਨ ਤਾਂ ਬਹੁਤ ਸਾਰੇ ਅਰਮਾਨਾਂ ਨਾਲ ਭਰਿਆ ਹੁੰਦਾ ਹੈ, ਜਦ ਕਿ ਮੇਰੇ ਪਤੀ ਨੇ ਤਾਂ ਮੇਰੇ ਨਾਲ ਕੋਈ ਗੱਲ ਵੀ ਨਹੀਂ ਸੀ ਕੀਤੀ। ਜੋ ਅੱਜ ਇਹ ਹਾਲਾਤ ਨੇ ਤਾਂ ਜ਼ਿੰਦਗੀ ਕਿਵੇਂ ਗੁਜ਼ਰੇਗੀ। ਰੋ ਰੋ ਕੇ ਮੈਂ ਥੱਕ ਗਈ, ਪਰ ਰਾਜ ਨੂੰ ਅਹਿਸਾਸ ਤੱਕ ਨਾ ਹੋਇਆ। ਨਾ ਹੀ ਉਸਦੀ ਅੱਖ ਖੁੱਲ੍ਹੀ ਤੇ ਨਾ ਹੀ ਉਸਦੀ ਨੀਂਦ ਟੁੱਟੀ। ਮੈਂ ਸਾਰੇ ਦਿਨ ਦੀ ਥੱਕੀ ਹਾਰੀ ਥਕਾਵਟ ਨਾਲ ਤੇ ਰੋਣ ਨਾਲ ਮੇਰਾ ਬੁਰਾ ਹਾਲ ਹੋ ਗਿਆ ਸੀ। ਫਿਰ ਰਾਜ ਦੀ ਬੇਰੁਖੀ ਨੇ ਮੈਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਰਾਜ ਕਮਰੇ ਵਿੱਚ ਨਹੀਂ ਸੀ। ਮੈਂ ਆਪਣੇ ਆਪ ਤੋਂ ਸ਼ਰਮਿੰਦਾ ਹੋ ਰਹੀ ਸੀ ਕਿ ਵਿਆਹ ਵਾਲੇ ਦਿਨ ਹੀ ਮੈਂ ਆਪਣੇ ਪਤੀ ਦਾ ਦਿਲ ਨਹੀਂ ਜਿੱਤ ਸਕੀ। ਮੈਨੂੰ ਇਉਂ ਲੱਗਿਆ ਕਿ ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਹੋ ਗਈ, ਜਿਹਦੀ ਵਜ੍ਹਾ ਨਾਲ ਰਾਜ ਦਾ ਮੂਡ ਖਰਾਬ ਹੋ ਗਿਆ, ਜਾਂ ਫਿਰ ਉਹਨਾਂ ਦਾ ਵਿਆਹ ਜ਼ਬਰਦਸਤੀ ਹੋਇਆ ਹੋਵੇ। ਮੇਰਾ ਦਿਲ ਪੂਰੀ ਤਰ੍ਹਾਂ ਰੋ ਰਿਹਾ ਸੀ। ਦਿਲ ਵਿੱਚ ਅਜੀਬ ਖਿਆਲ ਆ ਰਹੇ ਸੀ। ਸ਼ਾਇਦ ਮੇਰੇ ਪਤੀ ਨੂੰ ਮੈਂ ਪਸੰਦ ਹੀ ਨਾ ਹੋਵਾਂ। ਉਹ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਿਹਾ। ਅਗਲੇ ਦਿਨ ਮੇਰੇ ਘਰ ਵਾਲੇ ਆਏ ਤੇ ਮੈਨੂੰ ਨਾਲ ਲੈ ਕੇ ਚਲੇ ਗਏ। ਜਦੋਂ ਰਾਤ ਹੋਈ ਤਾਂ ਰਾਜ ਮੈਨੂੰ ਵਾਪਸ ਲੈ ਕੇ ਆ ਗਏ। ਉਹਨਾਂ ਨੇ ਮੇਰੇ ਨਾਲ ਕੋਈ ਵੀ ਗੱਲ ਨਹੀਂ ਕੀਤੀ, ਬਿਲਕੁਲ ਅਜਨਬੀਆਂ ਵਾਂਗ ਮੇਰੇ ਨਾਲ ਪੇਸ਼ ਆ ਰਹੇ ਸੀ, ਜਿਵੇਂ ਸਾਡੇ ਵਿੱਚ ਕੋਈ ਰਿਸ਼ਤਾ ਜੁੜਿਆ ਹੀ ਨਾ ਹੋਵੇ। ਕਮਰੇ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਦਾ ਰਵੱਈਆ ਉਵੇਂ ਹੀ ਰਿਹਾ ਜਿਸ ਤਰ੍ਹਾਂ ਪਹਿਲੇ ਦਿਨ ਸੀ। ਉਹ ਆਪਣੇ ਲੈਪਟਾਪ 'ਤੇ ਕੰਮ ਕਰਨ ਲੱਗ ਪਿਆ, ਜਿਵੇਂ ਮੈਂ ਕਮਰੇ ਵਿੱਚ ਮੌਜੂਦ ਹੀ ਨਾ ਹੋਵਾਂ। ਆਪਣੇ ਸਾਰੇ ਕੱਪੜਿਆਂ ਵਿੱਚੋਂ ਮੈਂ ਸਭ ਤੋਂ ਸੋਹਣਾ ਸੂਟ ਕੱਢ ਕੇ ਪਾਇਆ। ਮੈਂ ਸੋਚਿਆ ਅੱਜ ਤਾਂ ਮੈਂ ਰਾਜ ਨੂੰ ਆਪਣੇ ਹੁਸਨ ਤੇ ਪਿਆਰ ਦਾ ਦੀਵਾਨਾ ਬਣਾ ਕੇ ਰਹਾਂਗੀ। ਉਹਨਾਂ ਦੇ ਮੂੰਹ 'ਚੋਂ ਆਪਣੀ ਤਾਰੀਫ ਸੁਣਾਂਗੀ। ਰਾਜ ਮੇਰਾ ਪਤੀ ਸੀ, ਮੇਰਾ ਉਸ 'ਤੇ ਹੱਕ ਸੀ। ਮੈਂ ਜਾ ਕੇ ਸੂਟ ਪਾਇਆ ਤੇ ਬਹੁਤ ਦੇਰ ਤੱਕ ਆਪਣੇ ਆਪ ਨੂੰ ਮੈਂ ਸ਼ੀਸ਼ੇ ਅੱਗੇ ਖੜ ਕੇ ਸੰਵਾਰਦੀ ਰਹੀ। ਮੈਂ ਬਹੁਤ ਹਸੀਨ ਤੇ ਸੋਹਣੀ ਕੁੜੀ ਸੀ। ਮੈਂ ਥੋੜ੍ਹਾ ਜਿਹਾ ਮੇਕਅਪ ਕੀਤਾ। ਜਦੋਂ ਤਿਆਰ ਹੋ ਕੇ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਰਾਜ ਕਮਰੇ ਵਿੱਚ ਹੀ ਸੀ। ਮੇਰੇ ਵੱਲ ਉਸਨੇ ਨਜ਼ਰ ਮਾਰ ਕੇ ਵੀ ਨਹੀਂ ਸੀ ਦੇਖਿਆ। ਮੈਂ ਸੋਚਿਆ ਸ਼ਾਇਦ ਉਸਦੀ ਨਜ਼ਰ ਮੇਰੇ 'ਤੇ ਨਹੀਂ ਪਈ ਹੋਣੀ, ਇਸ ਕਰਕੇ ਮੈਂ ਉਸਦੇ ਕੋਲ ਚਲੀ ਗਈ, ਪਰ ਉਸਨੇ ਫਿਰ ਵੀ ਮੇਰੇ ਵੱਲ ਨਾ ਤੱਕਿਆ। ਸ਼ਾਇਦ ਉਸਦਾ ਕੰਮ ਹੁਣ ਖਤਮ ਹੋ ਚੁੱਕਿਆ ਸੀ। ਉਸਨੇ ਲੈਪਟਾਪ ਰੱਖਿਆ ਤੇ ਬਾਥਰੂਮ ਵਿੱਚ ਚਲੇ ਗਏ। ਮੈਂ ਬਿਸਤਰੇ 'ਤੇ ਬੈਠ ਗਈ ਤੇ ਪੂਰੇ ਕਮਰੇ ਵਿੱਚ ਮੈਂ ਮੋਮਬੱਤੀਆਂ ਜਗਾ ਦਿੱਤੀਆਂ। ਰਾਜ ਬਾਥਰੂਮ ਵਿੱਚੋਂ ਬਾਹਰ ਨਿਕਲੇ ਤਾਂ ਮੋਮਬੱਤੀਆਂ ਜਗਦੀਆਂ ਦੇਖ ਕੇ ਫਿਰ ਨਜ਼ਰ ਥੱਲੇ ਕਰ ਲਈ ਤੇ ਆਪਣੇ ਬੈੱਡ 'ਤੇ ਆ ਕੇ ਪੈ ਗਏ, ਜਿਵੇਂ ਉਸ ਤੋਂ ਇਲਾਵਾ ਕਮਰੇ ਵਿੱਚ ਕੋਈ ਹੋਰ ਹੋਵੇ ਹੀ ਨਾ। ਮੈਂ ਤਾਂ ਪਹਿਲੇ ਸਾਲ ਹੀ ਮਾਂ ਬਣਨ ਦਾ ਸੁਪਨਾ ਦੇਖ ਰਹੀ ਸੀ, ਪਰ ਮੇਰੀਆਂ ਰਾਤਾਂ ਤਾਂ ਕਰਵਟਾਂ ਬਦਲ ਕੇ ਤੇ ਰੋ ਰੋ ਕੇ ਗੁਜ਼ਰ ਰਹੀਆਂ ਸੀ। ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਸੜਦੇ ਹੋਏ ਕੋਲਿਆਂ 'ਤੇ ਮੈਨੂੰ ਬਿਠਾ ਦਿੱਤਾ ਹੋਵੇ। ਅੱਖਾਂ 'ਚੋਂ ਹੰਝੂ ਵਹਿਣ ਲੱਗ ਪਏ। ਸੋਚਿਆ ਨਹੀਂ ਸੀ ਕਿ ਮੇਰਾ ਪਤੀ ਇੰਨੀ ਬੇਕਦਰੀ ਕਰੇਗਾ। 2-4 ਦਿਨ ਹੀ ਲੰਘੇ ਸੀ। ਜਦੋਂ ਵੀ ਮੈਂ ਰਾਜ ਤੋਂ ਕੁਝ ਪੁੱਛਦੀ ਤਾਂ ਅੱਗੋਂ ਮੈਨੂੰ ਕੋਈ ਵੀ ਜਵਾਬ ਨਾ ਦਿੰਦਾ। ਰਾਜ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਛੱਡ ਕੇ ਮੈਨੂੰ ਇਸ ਘਰ ਵਿੱਚ ਕੋਈ ਵੀ ਸਮੱਸਿਆ ਨਹੀਂ ਸੀ। ਸਾਰੇ ਬਹੁਤ ਚੰਗੇ ਸੀ ਤੇ ਮੇਰੀ ਇੱਜ਼ਤ ਵੀ ਕਰਦੇ ਸੀ। ਹੁਣ ਸਾਡੇ ਵਿਆਹ ਨੂੰ 2 ਹਫ਼ਤੇ ਲੰਘ ਗਏ ਸੀ। ਸਾਡੇ ਦਰਮਿਆਨ ਹਜੇ ਵੀ ਬਹੁਤ ਸਾਰੇ ਫਾਸਲੇ ਸੀ। ਮੇਰੇ ਦਿਲ ਵਿੱਚ ਕਦੇ-ਕਦੇ ਖਿਆਲ ਆਉਂਦਾ ਕਿ ਮੈਂ ਆਪ ਹੀ ਰਾਜ ਵੱਲ ਇੱਕ ਕਦਮ ਵਧਾ ਕੇ ਦੇਖਾਂ। ਫਿਰ ਸੋਚ ਕੇ ਰੁਕ ਜਾਂਦੀ ਕਿ ਉਹ ਮੈਨੂੰ ਗਲਤ ਨਾ ਸਮਝੇ। ਤਾਂ ਫਿਰ ਮੈਨੂੰ ਲੱਗਿਆ ਕਿ ਮੈਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ, ਪਰ ਰਾਜ ਦੇ ਇਸ ਰਵੱਈਏ ਵਿੱਚ ਕੋਈ ਵੀ ਫਰਕ ਨਹੀਂ ਸੀ ਆਇਆ। ਹੁਣ ਮੈਂ ਸੋਚ ਲਿਆ ਸੀ ਕਿ ਕੁਝ ਵੀ ਹੋ ਜਾਵੇ, ਮੈਂ ਰਾਜ ਨਾਲ ਇਸ ਬਾਰੇ ਗੱਲ ਕਰਕੇ ਰਹਾਂਗੀ ਕਿ ਉਹ ਇਸ ਵਿਆਹ ਤੋਂ ਖੁਸ਼ ਨਹੀਂ ਹਨ ਤਾਂ ਮੇਰੇ ਤੋਂ ਅਲੱਗ ਹੋ ਜਾਣ। ਜੇ ਐਵੇਂ ਦੀ ਕੋਈ ਗੱਲ ਨਹੀਂ ਆ ਤਾਂ ਫਿਰ ਮੈਨੂੰ ਅਪਣਾ ਲੈਣ। ਉਹ ਲੈਪਟਾਪ 'ਤੇ ਆਪਣਾ ਕੰਮ ਕਰ ਰਹੇ ਸੀ ਜਦੋਂ ਮੈਂ ਉਹਨਾਂ ਨੂੰ ਬੁਲਾਇਆ। ਉਸ ਨੇ ਨਜ਼ਰ ਝੁਕਾ ਕੇ ਹੀ ਮੈਨੂੰ ਕਿਹਾ, ਦੱਸੋ ਕੀ ਗੱਲ ਹੈ। ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਕੋਲੋਂ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਮੈਂ ਵੀ ਆਪਣੇ ਦਿਲ ਦੇ ਸਾਰੇ ਜਜ਼ਬਾਤ ਉਹਨਾਂ ਅੱਗੇ ਖੋਲ੍ਹ ਕੇ ਰੱਖ ਦਿੱਤੇ। ਮੈਂ ਕਿਹਾ, ਰਾਜ, ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੋ। ਇੰਨੇ ਦਿਨ ਹੋ ਗਏ ਨੇ ਸਾਡੇ ਵਿਆਹ ਨੂੰ, ਪਰ ਹਜੇ ਤੱਕ ਤੁਸੀਂ ਮੇਰੇ ਨਾਲ ਇੱਕ ਵੀ ਗੱਲ ਨਹੀਂ ਕੀਤੀ। ਆਖਿਰ ਤੁਸੀਂ ਕੀ ਚਾਹੁੰਦੇ ਹੋ?
ਰਾਜ ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾਂ ਉੱਠ ਕੇ ਕਮਰੇ ਤੋਂ ਬਾਹਰ ਚਲੇ ਗਏ। ਮੈਂ ਉੱਥੇ ਹੀ ਖੜੀ ਰਹਿ ਗਈ। ਰਾਜ ਦਾ ਇਸ ਤਰ੍ਹਾਂ ਦਾ ਵਰਤਾਵ ਮੇਰੇ ਦਿਲ ਉੱਤੇ ਗਹਿਰੀ ਸੱਟ ਮਾਰ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਜੇ ਰਾਜ ਨਾਲ ਰਹਿਣਾ ਚਾਹਾਂ ਤਾਂ ਸ਼ਾਇਦ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਆਪਣੇ ਜਜ਼ਬਾਤਾਂ ਤੇ ਆਪਣੇ ਸੁਪਨਿਆਂ ਨੂੰ ਮਾਰ ਕੇ ਹੀ ਰਹਿਣਾ ਪਵੇਗਾ, ਕਿਉਂਕਿ ਉਹ ਤਾਂ ਮੇਰੀ ਕਿਸੇ ਗੱਲ ਦਾ ਜਵਾਬ ਹੀ ਨਹੀਂ ਦੇ ਰਿਹਾ। ਪਰ ਮੈਂ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਚਾਹੁੰਦੀ। ਮੈਂ ਕੀ ਕੋਈ ਵੀ ਕੁੜੀ ਇਸ ਤਰ੍ਹਾਂ ਦੀ ਜ਼ਿੰਦਗੀ ਜਾਂ ਇਸ ਤਰ੍ਹਾਂ ਦਾ ਹਮਸਫ਼ਰ ਨਹੀਂ ਚਾਹੇਗੀ। ਮੈਨੂੰ ਬੱਚੇ ਵੀ ਚਾਹੀਦੇ ਸੀ। ਮੈਂ ਤਾਂ ਇੱਕ ਹੱਸਦਾ ਖੇਡਦਾ ਖੁਸ਼ਹਾਲ ਪਰਿਵਾਰ ਚਾਹੁੰਦੀ ਸੀ। ਬੜੀ ਮੁਸ਼ਕਿਲ ਨਾਲ ਸਾਡੇ ਵਿਆਹ ਦਾ 1 ਮਹੀਨਾ ਲੰਘ ਚੁੱਕਿਆ ਸੀ। ਮੈਂ ਇੱਕ ਦਿਨ ਰੋ ਰੋ ਕੇ ਗੁਜ਼ਾਰਿਆ ਸੀ। ਹੁਣ ਮੈਂ ਇਸ ਰਿਸ਼ਤੇ ਨੂੰ ਅੱਗੇ ਨਹੀਂ ਸੀ ਵਧਾ ਸਕਦੀ। ਮੈਂ ਅੱਜ ਸੋਚ ਲਿਆ ਸੀ ਕਿ ਮੈਂ ਰਾਜ ਨਾਲ ਗੱਲ ਕਰਕੇ ਰਹਾਂਗੀ। ਜਦੋਂ ਰਾਜ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਰਾਜ, ਜੇ ਤੁਸੀਂ ਮੇਰੇ ਨਾਲ ਨਾ ਖੁਸ਼ ਹੋ ਤਾਂ ਮੈਨੂੰ ਤਲਾਕ ਦੇ ਕੇ ਆਪਣੇ ਆਪ ਨੂੰ ਆਜ਼ਾਦ ਕਰ ਸਕਦੇ ਹੋ। ਮੇਰੇ ਮੂੰਹੋਂ ਤਲਾਕ ਸ਼ਬਦ ਸੁਣ ਕੇ ਰਾਜ ਦਾ ਤਾਂ ਰੰਗ ਹੀ ਉੱਡ ਗਿਆ। ਸ਼ਾਇਦ ਉਸ ਨੇ ਮੇਰੇ ਤੋਂ ਇਹ ਸ਼ਬਦ ਸੁਣਨ ਦੀ ਕਲਪਨਾ ਵੀ ਨਹੀਂ ਸੀ ਕੀਤੀ। ਪਰ ਮੈਂ ਕੀ ਕਰਦੀ, ਹੋਰ ਰਸਤਾ ਵੀ ਨਹੀਂ ਸੀ ਬਚਿਆ। ਮੈਂ ਵੀ ਰਾਜ ਨੂੰ ਬਹੁਤ ਪਿਆਰ ਕਰਦੀ ਸੀ। ਉਸ ਤੋਂ ਅਲੱਗ ਹੋਣਾ ਮੇਰੇ ਲਈ ਕੋਈ ਸੌਖੀ ਗੱਲ ਨਹੀਂ ਸੀ। ਵਿਆਹ ਵਾਲੇ ਦਿਨ ਤੋਂ ਹੀ ਮੈਂ ਉਸ ਨੂੰ ਆਪਣਾ ਸਭ ਕੁਝ ਮੰਨ ਬੈਠੀ ਸੀ। ਹਜੇ ਤੱਕ ਮੈਂ ਰਾਜ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਸੀ ਕੀਤੀ, ਕਿਉਂਕਿ ਉਹ ਮੇਰਾ ਪਿਆਰ ਸੀ, ਮੇਰੀ ਇੱਜ਼ਤ ਸੀ ਤੇ ਮੇਰਾ ਲਿਬਾਸ ਸੀ, ਜਿਸ ਨੂੰ ਮੈਂ ਆਪਣੇ ਹੱਥਾਂ ਨਾਲ ਨਹੀਂ ਸੀ ਫਾੜਨਾ ਚਾਹੁੰਦੀ। ਅੱਜ ਰਾਤ ਰਾਜ ਦੇ ਆਉਣ ਤੋਂ ਪਹਿਲਾਂ ਮੈਂ ਕਰਵਟ ਬਦਲ ਕੇ ਆਪਣੇ ਬੈੱਡ ਉੱਤੇ ਪੈ ਗਈ ਤੇ ਸੋਚ ਲਿਆ ਸੀ ਕਿ ਮੈਂ ਅੱਜ ਰਾਜ ਤੋਂ ਕੋਈ ਸਵਾਲ ਨਹੀਂ ਪੁੱਛਾਂਗੀ ਤੇ ਨਾ ਹੀ ਉਸ ਨੂੰ ਬੁਲਾਵਾਂਗੀ। ਨੀਂਦ ਤਾਂ ਮੇਰੀਆਂ ਅੱਖਾਂ ਵਿੱਚੋਂ ਉੱਡੀ ਹੋਈ ਸੀ ਤੇ ਹੁਣ ਤਾਂ ਤਲਾਕਸ਼ੁਦਾ ਦਾ ਧੱਬਾ ਵੀ ਮੇਰੇ ਉੱਤੇ ਲੱਗਣ ਵਾਲਾ ਸੀ। ਪਰ ਇਸ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਸੀ ਬਚਿਆ। ਕੁਝ ਦੇਰ ਬਾਅਦ ਰਾਜ ਕਮਰੇ ਵਿੱਚ ਆਏ ਤੇ ਮੈਨੂੰ ਪੁੱਛਣ ਲੱਗੇ, ਸ਼ਿਲਪਾ ਸੌ ਗਈ? ਮੈਂ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਪਹਿਲੀ ਵਾਰ ਅੱਜ ਰਾਜ ਨੇ ਮੈਨੂੰ ਆਪ ਬੁਲਾਇਆ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਆਪਣੇ ਹੱਥਾਂ ਨਾਲ ਮੇਰੇ ਹੰਝੂ ਸਾਫ਼ ਕੀਤੇ ਤੇ ਅੱਜ ਮੇਰੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਰਾਜ ਨੇ ਅੱਜ ਮੇਰੀ ਇੰਨੀ ਤਾਰੀਫ਼ ਕੀਤੀ ਕਿ ਸ਼ਾਇਦ ਹੀ ਕਿਸੇ ਨੇ ਕਿਸੇ ਦੀ ਕੀਤੀ ਹੋਵੇ। ਰਾਜ ਨੇ ਮੈਨੂੰ ਕਿਹਾ ਕਿ ਮੈਂ ਸੁਪਨੇ ਵਿੱਚ ਵੀ ਤੇਰੇ ਤੋਂ ਦੂਰ ਹੋਣ ਬਾਰੇ ਨਹੀਂ ਸੋਚ ਸਕਦਾ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜਦ ਕਿ ਮੈਂ ਸੋਚ ਰਹੀ ਸੀ ਕਿ ਰਾਜ ਨੂੰ ਮੇਰੇ ਤੋਂ ਦੂਰ ਹੋਣ ਨਾਲ ਕੋਈ ਵੀ ਫਰਕ ਨਹੀਂ ਪਵੇਗਾ, ਪਰ ਮੇਰੇ ਸਾਰੇ ਅੰਦਾਜ਼ੇ ਗਲਤ ਸਾਬਿਤ ਹੋ ਰਹੇ ਸੀ। ਜਦੋਂ ਰਾਜ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਮੇਰੇ ਸਾਹਮਣੇ ਕੀਤਾ, ਆਪਣੇ ਘਰ ਵਾਲੇ ਦੇ ਮੂੰਹੋਂ ਆਪਣੀ ਤਾਰੀਫ਼ ਤੇ ਪਿਆਰ ਭਰੇ ਲਫ਼ਜ਼ ਸੁਣ ਕੇ ਕਿਹੜੀ ਪਤਨੀ ਆਪਣੇ ਪਤੀ ਤੋਂ ਖੁਸ਼ ਨਹੀਂ ਹੋਵੇਗੀ। ਅਲੱਗ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪਰ ਮੈਂ ਫਿਰ ਸਵਾਲ ਕੀਤਾ, ਜੇ ਅਜਿਹੀ ਗੱਲ ਸੀ ਫਿਰ ਤੁਸੀਂ ਮੇਰੇ ਕੋਲੋਂ ਇੰਨੇ ਦਿਨ ਦੂਰ ਕਿਉਂ ਰਹੇ? ਫਿਰ ਰਾਜ ਨੇ ਦੱਸਿਆ ਕਿ ਮੈਂ ਤੈਨੂੰ ਮੰਦਰ ਵਿੱਚ ਦੇਖਿਆ ਸੀ। ਉਸੇ ਦਿਨ ਤੋਂ ਮੈਂ ਤੇਰੇ ਤੋਂ ਆਪਣਾ ਦਿਲ ਹਾਰ ਚੁੱਕਿਆ ਸੀ। ਤੂੰ ਮੈਨੂੰ ਬਹੁਤ ਪਸੰਦ ਆ ਗਈ ਸੀ ਤੇ ਮੈਂ ਸੋਚ ਲਿਆ ਸੀ ਕਿ ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਹਮਸਫ਼ਰ ਬਣਾਵਾਂਗਾ। ਇਹੀ ਸੋਚ ਕੇ ਮੈਂ ਆਪਣੇ ਘਰਦਿਆਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ, ਪਰ ਕਿਉਂਕਿ ਤੁਹਾਡਾ ਸਟੇਟਸ ਸਾਡੇ ਬਰਾਬਰ ਨਹੀਂ ਸੀ ਤਾਂ ਮੇਰੇ ਘਰਦਿਆਂ ਨੇ ਸਾਫ਼ ਮਨਾ ਕਰ ਦਿੱਤਾ। ਪਰ ਮੈਂ ਤੈਨੂੰ ਖੋਣਾ ਨਹੀਂ ਸੀ ਚਾਹੁੰਦਾ। ਫਿਰ ਮੈਂ ਆਪਣੇ ਦੋਸਤ ਨਾਲ ਇਸ ਬਾਰੇ ਗੱਲ ਕੀਤੀ। ਮੇਰੇ ਦੋਸਤ ਨੇ ਇੱਕ ਬਾਬੇ ਕੋਲ ਜਾਣ ਦੀ ਸਲਾਹ ਦਿੱਤੀ। ਜਦੋਂ ਮੈਂ ਉਸ ਬਾਬੇ ਕੋਲ ਗਿਆ ਤਾਂ ਆਪਣੀ ਸਾਰੀ ਸਮੱਸਿਆ ਉਸ ਨੂੰ ਦੱਸੀ। ਉਸ ਨੇ ਮੈਨੂੰ ਇੱਕ ਤਵੀਤ ਦਿੱਤਾ ਤੇ ਕਿਹਾ, ਆਪਣੇ ਘਰ ਦੇ ਬਾਹਰ ਕਿਸੇ ਵੀ ਪੱਥਰ ਦੇ ਥੱਲੇ ਇਸ ਨੂੰ ਦਬਾ ਦੇਣਾ। ਤੇਰਾ ਰਿਸ਼ਤਾ ਆਪਣੇ ਆਪ ਉਸ ਕੁੜੀ ਨਾਲ ਹੋ ਜਾਵੇਗਾ ਤੇ ਤੇਰੇ ਘਰ ਦੇ ਵੀ ਮੰਨ ਜਾਣਗੇ। ਤੇ ਇਸ ਕੰਮ ਲਈ ਬਾਬੇ ਨੇ ਮੇਰੇ ਕੋਲੋਂ 1 ਲੱਖ ਰੁਪਇਆ ਵੀ ਲੈ ਲਿਆ। ਜਿਸ ਦਿਨ ਮੈਂ ਇਹ ਤਵੀਤ ਦੱਬਿਆ ਸੀ, ਉਸ ਤੋਂ ਅਗਲੇ ਦਿਨ ਮੇਰੀ ਮਾਂ ਨੇ ਅਚਾਨਕ ਆ ਕੇ ਮੈਨੂੰ ਕਿਹਾ ਕਿ ਉਹ ਮੇਰੀ ਪਸੰਦ ਵਾਲੀ ਕੁੜੀ ਨੂੰ ਇੱਕ ਵਾਰ ਮਿਲਣਾ ਚਾਹੁੰਦੇ ਹਨ। ਜੇ ਉਹਨਾਂ ਨੂੰ ਲੱਗਿਆ ਕਿ ਉਹ ਕੁੜੀ ਇਸ ਘਰ ਦੀ ਨੂੰਹ ਬਣਨ ਦੇ ਲਾਇਕ ਹੈ ਤਾਂ ਉਹਨਾਂ ਨੂੰ ਇਸ ਰਿਸ਼ਤੇ ਬਾਰੇ ਕੋਈ ਇਤਰਾਜ਼ ਨਹੀਂ ਹੋਵੇਗਾ। ਮੈਂ ਤਾਂ ਖੁਸ਼ੀ ਵਿੱਚ ਨੱਚਣ ਲੱਗ ਪਿਆ ਕਿ ਕਮਾਲ ਹੈ, ਤਵੀਤ ਨੇ ਇੱਕ ਹੀ ਰਾਤ ਵਿੱਚ ਆਪਣਾ ਜਾਦੂ ਦਿਖਾ ਦਿੱਤਾ। ਅਗਲੇ ਦਿਨ ਮੇਰੇ ਘਰ ਦੇ ਤੁਹਾਡੇ ਘਰ ਗਏ ਤੇ ਸਾਡੇ ਘਰਦਿਆਂ ਨੂੰ ਤੂੰ ਪਸੰਦ ਆਈ ਤੇ ਆਪਣਾ ਰਿਸ਼ਤਾ ਹੋ ਗਿਆ।
ਇਸ ਤੋਂ ਬਾਅਦ ਮੈਨੂੰ ਉਸ ਬਾਬੇ 'ਤੇ ਹੋਰ ਵੀ ਜ਼ਿਆਦਾ ਯਕੀਨ ਹੋ ਗਿਆ ਸੀ। ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਬਾਬੇ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਮੈਨੂੰ ਆਪਣੀ ਪਤਨੀ ਤੋਂ 40 ਦਿਨ ਦੂਰ ਰਹਿਣਾ ਪਵੇਗਾ ਤੇ ਇਸ ਬਾਰੇ ਆਪਣੀ ਪਤਨੀ ਨੂੰ ਵੀ ਕੁਝ ਨਹੀਂ ਦੱਸਣਾ। ਜੇ ਅਜਿਹਾ ਕੁਝ ਕੀਤਾ ਤਾਂ ਤੇਰਾ ਰਿਸ਼ਤਾ ਉਸ ਕੁੜੀ ਨਾਲੋਂ ਟੁੱਟ ਜਾਵੇਗਾ। ਬਾਬੇ ਨੇ ਮੈਨੂੰ 40 ਦਿਨ ਲਈ ਇੱਕ ਪਾਠ ਪੂਜਾ ਕਰਨ ਲਈ ਕਿਹਾ, ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਤੈਨੂੰ ਕਿਸੇ ਵੀ ਕੀਮਤ 'ਤੇ ਖੋਣਾ ਨਹੀਂ ਸੀ ਚਾਹੁੰਦਾ। ਇਸ ਕਰਕੇ ਉਸ ਬਾਬੇ ਦੀ ਹਰ ਗੱਲ ਨੂੰ ਮੰਨਦਾ ਗਿਆ। ਮੇਰੇ ਲਈ ਤੇਥੋਂ ਦੂਰ ਰਹਿਣਾ ਇੱਕ ਸਜ਼ਾ ਸੀ, ਪਰ ਮੈਂ ਮਜਬੂਰ ਸੀ। ਪਰ ਕੱਲ੍ਹ ਜਦੋਂ ਤੂੰ ਮੈਨੂੰ ਤਲਾਕ ਦੇਣ ਬਾਰੇ ਕਿਹਾ ਤਾਂ ਮੈਨੂੰ ਆਪਣੀ ਦੁਨੀਆ ਲੁੱਟਦੀ ਨਜ਼ਰ ਆਈ। ਫਿਰ ਮੈਂ ਸੋਚ ਲਿਆ ਕਿ ਅੱਜ ਮੈਂ ਤੈਨੂੰ ਸਾਰਾ ਸੱਚ ਦੱਸ ਦੇਵਾਂ। ਰਾਜ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਕੇ ਮੈਂ ਹੈਰਾਨ ਸੀ ਕਿ ਰਾਜ ਨੇ ਆਪਣੀ ਪਸੰਦ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ। ਮੈਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਨਹੀਂ ਸੀ। ਫਿਰ ਮੈਂ ਰਾਜ ਨੂੰ ਕਿਹਾ ਕਿ ਕਿਸੇ ਵੀ ਬਾਬੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਕਿ ਸਾਡੀ ਕਿਸਮਤ ਬਦਲ ਸਕੇ। ਇਹ ਬਾਬੇ ਸਿਰਫ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਨੇ ਤੇ ਸਾਨੂੰ ਬਲੈਕਮੇਲ ਕਰਦੇ ਨੇ। ਤੁਹਾਡੇ ਘਰਦਿਆਂ ਨੇ ਮੈਨੂੰ ਇਸ ਲਈ ਪਸੰਦ ਨਹੀਂ ਸੀ ਕੀਤਾ ਕਿ ਬਾਬੇ ਨੇ ਤੁਹਾਨੂੰ ਤਵੀਤ ਦਿੱਤਾ ਸੀ, ਬਲਕਿ ਉਹਨਾਂ ਨੇ ਮੇਰੇ ਵਿੱਚ ਕੋਈ ਚੰਗਿਆਈ ਦੇਖੀ ਹੋਣੀ ਤੇ ਮਾਪਿਆਂ ਦੀ ਮਮਤਾ ਨੇ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੀ ਹਉਮੈ ਨੂੰ ਮਾਰਿਆ ਸੀ। ਇਸ ਵਿੱਚ ਕਿਸੇ ਵੀ ਬਾਬੇ ਦਾ ਕੋਈ ਹੱਥ ਨਹੀਂ ਹੈ। ਜੇ ਕੁਝ ਦਿਨ ਤੁਸੀਂ ਮੈਨੂੰ ਇਹ ਗੱਲ ਨਾ ਦੱਸਦੇ ਤਾਂ ਸਾਡਾ ਰਿਸ਼ਤਾ ਖਰਾਬ ਹੋਣਾ ਤੈਅ ਸੀ ਤੇ ਉਸ ਬਾਬੇ ਨੇ ਤੁਹਾਡੇ ਕੋਲੋਂ ਹੋਰ ਵੀ ਪੈਸੇ ਠੱਗਣੇ ਸ਼ੁਰੂ ਕਰ ਦੇਣੇ ਸੀ। ਇਸੇ ਤਰ੍ਹਾਂ ਜ਼ਿੰਦਗੀ ਭਰ ਉਹ ਬਾਬਾ ਤੁਹਾਨੂੰ ਆਪਣੇ ਜਾਲ ਵਿੱਚ ਫਸਾ ਕੇ ਰੱਖਦਾ। ਰਾਜ, ਇਹ ਸਭ ਉਸ ਪਰਮਾਤਮਾ, ਉਸ ਵਾਹਿਗੁਰੂ ਤੇ ਛੱਡ ਦੇਣਾ ਚਾਹੀਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ। ਅੱਜ ਤੋਂ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਖੁਸ਼ਹਾਲ ਭਰੀ ਸ਼ੁਰੂਆਤ ਕਰਾਂਗੇ। ਰਾਜ ਨੇ ਮੇਰੇ ਕੋਲੋਂ ਮਾफ़ੀ ਮੰਗੀ ਤੇ ਮੈਂ ਉਸ ਨੂੰ ਮਾफ़ ਕਰ ਦਿੱਤਾ, ਕਿਉਂਕਿ ਉਹ ਜੋ ਵੀ ਕਰ ਰਹੇ ਸੀ ਮੈਨੂੰ ਤੇ ਮੇਰੇ ਪਿਆਰ ਨੂੰ ਪਾਉਣ ਲਈ ਕਰ ਰਹੇ ਸੀ। ਇਸ ਵਿੱਚ ਉਹਨਾਂ ਦਾ ਨਿੱਜੀ ਕੋਈ ਵੀ ਸਵਾਰਥ ਨਹੀਂ ਸੀ। ਦੋਸਤੋ, ਕੀ ਤੁਹਾਡੇ ਵਿੱਚੋਂ ਕੋਈ ਵੀ ਇਹਨਾਂ ਬਾਬਿਆਂ ਦੇ ਚੁੰਗਲ ਵਿੱਚ ਕਦੇ ਕੋਈ ਫਸਿਆ ਹੈ? ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ, ਆਪਣੀ ਰਾਏ ਜ਼ਰੂਰ ਦਿਓ ਜੀ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਜੇ ਪੰਜਾਬੀ ਆਵਾਜ਼ ਕਹਾਣੀਆਂ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ। ਧੰਨਵਾਦ।